जिसनों मत आवे सो सतगुर माहि समाना। एह बाणी जो जियो जाने तिस अंतर रवे हर नामा। बाणी गुरु गुरु है बाणी विच अमृत सारे। गुर बाणी कहे सेवक जन मानै अर तख गुरु निस्तारै। बाणी बिरलो विचार सी जे को गुरुमुख होए। एह बाणी महापुरख की निज कर वासा होए। मारो महल्ला पंजवा जिनी नाम विसारिया से होत देखे खे। पुत्र मित्र बिलास बनता टूटते एह नेह। मेरे मन नाम नित नित ले जलत नाही अगन सागर। सुख मन तन देह रहाओ। बिरख छाया जैसे बिन सत पवन चोलत में। हर भगत दृढ़ मिल साध नानक तेरा काम आवत एह। बिरख छाया जैसे बिन सत पवन चूलत में। हर भगत दृढ़ मिल साध नानक तेरा काम आवत एह। वाहिगुरु जी का खालसा वाहिगुरु जी की फतेह। इस पावन शब्द के विचार सिख कौम के महान विद्वान सत्कारयोग
ਸਿੰਘ ਸਾਹਿਬ, ਪ੍ਰੋਫੈਸਰ ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਆਪ ਜੀ ਨੂੰ ਸਰਵਨ ਕਰਵਾਉਣਗੇ। ਅੱਜ ਉਹਨਾਂ ਦੀ ਵਿਦਾਇਗੀ ਵੀ ਹੈ। ਸਿੰਘ ਸਾਹਿਬ ਜੀ ਦਾ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅੱਜ ਸੇਵਾ ਦੇ ਪੁੰਜ ਗੁਰਪੁਰੀ ਵਾਸੀ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਹੋਰਾਂ ਦੀ ਮਿੱਠੀ ਯਾਦ ਵਿੱਚ ਹੁਣੇ 9 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ। ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਇਸੇ ਇਮਾਰਤ ਦੇ ਉੱਪਰ ਅੰਮ੍ਰਿਤ ਸੰਚਾਰ ਦਾ ਸਥਾਨ ਹੈ। 9 ਤੋਂ 10 ਕੀਰਤਨ ਹੋਵੇਗਾ, 10 ਵਜੇ ਅਰਦਾਸ ਹੋਵੇਗੀ। ਫਿਰ ਇਸੇ ਤਰ੍ਹਾਂ ਸ਼ਾਮ ਨੂੰ ਸੋਦਰ ਦੇ ਪਾਠ ਤੋਂ ਲੈ ਕੇ ਰਾਤ 12 ਵਜੇ ਤੱਕ ਕੀਰਤਨ ਸਮਾਗਮ ਹੋਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ, ਜਿਨ੍ਹਾਂ ਮਹਾਂਪੁਰਖਾਂ ਨੇ ਸਾਰੀ ਉਮਰ ਗੁਰੂ ਘਰ ਦੇ ਮਹਿਲ ਉਸਾਰਦਿਆਂ ਬਤੀਤ ਕੀਤੀ ਹੈ, ਆਓ ਉਹਨਾਂ ਦੀਆਂ ਸੇਵਾਵਾਂ ਦਾ ਅਭਿਨੰਦਨ ਕਰੀਏ। ਉਹਨਾਂ ਦੀ ਮਿੱਠੀ ਯਾਦ ਵਿੱਚ ਆਪਣੇ ਗੁਰੂ ਨਾਲ ਜੁੜੀਏ। ਗੁਰੂ ਕਰਦਿਆਂ ਆਪਣੀਆਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰੀਏ। ਅਗਲੇ ਸਮੇਂ ਵਾਸਤੇ ਸਿੰਘ ਸਾਹਿਬ ਜੀ ਪਾਸੋਂ ਗੁਰਬਾਣੀ ਵਿਚਾਰ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਨਾਹੀ ਕਛਉ ਨਹੀਂ, ਕਿਛ ਆਹਿ ਨਾ ਮੋਰਾ। ਅਵਸਰ ਲੱਜਾ ਰਾਖ ਲੇਹੁ, ਸਦਨਾ ਜਨ ਤੋਰਾ। ਜਾਗਤ ਜੋਤ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਅਸ਼ਟਮ ਬਲਬੀਰਾ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਇਹ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸੁਭਾਇਮਾਨ ਸਮੂਹ ਗੁਰਮੁਖ ਪਿਆਰੇ ਸਤਸੰਗੀ ਜਨੋਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੁਸ਼ਟ ਦਮਨ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਆਪ ਜੀ ਨੇ ਇਸ ਪਾਵਨ ਦਰਬਾਰ ਦੇ ਮੁੱਖ ਗ੍ਰੰਥੀ ਗੁਰੂ ਸਵਾਰੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਪਾਸੋਂ ਪੰਚਮ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਮਾਰੂ ਰਾਗ ਵਿੱਚ ਦਰਜ ਇਹ ਅੰਮ੍ਰਿਤ ਬਚਨ ਸ਼ਰਵਣ ਕੀਤਾ ਹੈ। ਗੁਰੂਦੇਵ ਪਿਤਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਪਾਵਨ ਬਚਨ ਦੇ ਰਾਹੀਂ ਸਾਨੂੰ ਗੁਰੂ ਕੇ ਕਹਾਉਣ ਵਾਲਿਆਂ ਨੂੰ ਤੇ ਸਮੁੱਚੇ ਮਨੁੱਖੀ ਸੰਸਾਰ ਨੂੰ ਆਪਣੇ ਸਵਾਸਾਂ ਦੇ ਭਲੇ ਲਈ ਆਪਣੇ ਇਸ ਜੀਵਨ ਸਫਰ ਨੂੰ ਮੰਗਲਮਈ ਖੁਸ਼ੀਆਂ ਭਰਿਆ ਸੰਤੁਸ਼ਟੀ ਭਰਿਆ ਬਣਾਉਣ ਲਈ ਉਹ ਉਪਦੇਸ਼ ਦਿੱਤਾ ਹੈ।
ਜਿਹੜਾ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਮੁੱਚੀ ਬਾਣੀ ਸਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਝੋਲੀ ਪਾਉਂਦੀ ਹੈ। ਅੱਜ ਦਾ ਇਹ ਉਪਦੇਸ਼ ਪਹਿਲਾਂ ਵਾਂਗ ਹੀ, ਜਿਵੇਂ ਕੱਲ ਵੀ ਮਹਾਰਾਜ ਨੇ ਇਹੋ ਹੀ ਉਪਦੇਸ਼ ਬਖਸ਼ਿਸ਼ ਕੀਤਾ ਸੀ, हे ਮਨੁੱਖ ਕਹਾਉਣ ਵਾਲਿਓ, ਜੇ ਚਾਹੁੰਦੇ ਹੋ ਤੁਸੀਂ ਮਨ ਕਰਕੇ ਤਨ ਕਰਕੇ ਸੁਖਮਈ ਅਵਸਥਾ ਦੇ ਵਿੱਚ ਆਪਣੇ ਜੀਵਨ ਦਾ ਸਮਾਂ ਗੁਜ਼ਾਰੋ, ਤਾਂ ਆਪਣੀ ਇਸ ਇੱਛਾ ਪੂਰਤੀ ਲਈ ਇਹ ਕੁਝ ਜੁਗਤ ਤੁਹਾਨੂੰ ਅਪਣਾਉਣ ਦੀ ਹਮੇਸ਼ਾ ਹੀ ਲੋੜ ਹੈ। ਆਖਿਆ ਕਰੋ ਆਪਣੇ ਮਨ ਨੂੰ, ਸਮਝਾਇਆ ਕਰੋ ਆਪਣੇ ਮਨ ਨੂੰ, ਰੋਜ਼ ਆਪਣੇ ਮਨ ਨਾਲ ਇਦਾਂ ਗੱਲ ਕਰਨ ਦਾ ਸੁਭਾਗਾ ਉਦਮ ਉਪਰਾਲਾ ਕਰਦੇ ਰਿਹਾ ਕਰੋ। ਮੇਰੇ ਮਨ ਨਾਮ ਨਿਤ ਨਿਤ ਲੈ, हे ਮੇਰੇ ਮਨ, ਜ਼ਿੰਦਗੀ ਦੇ ਹਰ ਮੋੜ ਤੇ, ਹਰ ਕਦਮ ਤੇ, ਹਰ ਪਲ ਕਿਸੇ ਵੀ ਕਾਰਜ ਖੇਤਰ ਵਿੱਚ ਵਿਚਰਦਿਆਂ ਆਪਣੇ ਜੀਵਨ ਦੇ ਰਚਨਹਾਰੇ, ਇਸ ਸ੍ਰਿਸ਼ਟੀ ਦੇ, ਇਸ ਦਿਸਦੇ ਅਣਦਿਸਦੇ ਪਸਾਰੇ ਦੇ ਰਚਨਹਾਰ, ਇਸ ਸੰਸਾਰ ਦੇ ਪ੍ਰਤਪਾਲਕ, ਅਨੰਤ ਅਨੰਤ ਦਾਤਾਂ ਦੇਣ ਵਾਲੇ ਤੇ ਇਸ ਸੰਸਾਰ ਦੇ ਹਰਤਾ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਕਰ। ਨਾਮ ਸਿਮਰਨ ਤੋਂ ਭਾਵ ਵਾਹਿਗੁਰੂ ਜੀ ਦੀਆਂ ਅਨੰਤ ਅਨੰਤ ਸਿਫਤਾਂ ਜਿਹੜੀਆਂ ਵਾਹਿਗੁਰੂ ਨਾਲ ਲਿਵਲੀਨ ਹੋਏ ਮਹਾਂਪੁਰਖਾਂ, ਗੁਰੂਆਂ, ਪੀਰਾਂ, ਪੈਗੰਬਰਾਂ, ਬ੍ਰਹਮ ਗਿਆਨੀਆਂ ਦੇ ਰਾਹੀਂ ਸਾਡੇ ਕੋਲ ਪਹੁੰਚੀਆਂ ਨੇ, ਉਹਨਾਂ ਸਿਫਤਾਂ ਨੂੰ ਉਹਨਾਂ ਨੇ ਗਾ ਕੇ ਵਾਹਿਗੁਰੂ ਜੀ ਦੇ ਕੋਲੋਂ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਆਪਣਾ ਬਣਾਇਆ। ਤੂੰ ਵੀ ਉਹਨਾਂ ਦੀ ਉਹ ਗਾਈ ਹੋਈ ਕਰਤਾ ਪੁਰਖ ਦੀ ਸਿਫਤ ਸਲਾਹ ਨੂੰ ਮਨ ਵਚਨ ਕਰਮ ਕਰਕੇ, ਮਨ ਦੇ ਪਿਆਰ ਨਾਲ, ਮਨ ਦੀ ਇਕਾਗਰਤਾ ਨਾਲ, ਮਨ ਦੇ ਟਿਕਾਉ ਨਾਲ ਉਹ ਗਾਇਆ ਕਰ। ਇਦਾਂ ਕਰੇਂਗਾ ਤਾਂ ਤੇਰੇ ਜੀਵਨ ਵਿੱਚ ਭਲਿਆ ਇਹ ਨਤੀਜਾ ਨਿਕਲੇਗਾ, ਜਲਤ ਨਾਹੀ ਅਗਨ ਸਾਗਰ, ਸੁਖ ਮਨ ਤਨ ਦੇ। ਤੇਰਾ ਜੀਵਨ ਇਸ ਸੰਸਾਰ ਦੇ ਮਾਇਆਵੀ ਫੁਰਨਿਆਂ ਵਿੱਚ, ਦੁਨੀਆ ਦੇ ਧਨ ਪਦਾਰਥ, ਦੁਨੀਆ ਦੀਆਂ ਮਾਣ ਪਦਵੀਆਂ, ਦੁਨੀਆ ਦੀ ਵਾਹ-ਵਾਹ, ਦੁਨੀਆ ਦੇ ਦਿਖਾਵੇ ਦੇ ਲਈ ਕੀਤੇ ਹੋਏ ਅਨੇਕਾਂ ਅਨੇਕਾਂ ਤਰ੍ਹਾਂ ਦੇ ਤੇਰੇ ਯਤਨ, ਜਿਹੜੇ ਤੈਨੂੰ ਤ੍ਰਿਪਤੀ ਤੇ ਨਹੀਂ ਦਵਾ ਪਾਉਂਦੇ, ਪਰ ਜਿਨ੍ਹਾਂ ਦੇ ਕਰਕੇ ਤੂੰ ਨਿੱਤਾ ਪ੍ਰਤੀ ਆਪਣੇ ਅੰਦਰ ਇਹ ਇੱਛਾਵਾਂ ਦਾ ਤੂਫਾਨ ਖੜਾ ਕਰੀ ਰੱਖਦਾ ਹੈ। ਝੱਖੜ ਉੱਠਦਾ ਰਹਿੰਦਾ ਤੇਰੇ ਅੰਦਰ, ਅਨੇਕਾਂ ਹੀ ਇੱਛਾਵਾਂ ਬੇਸੰਜਮਾਂ, ਬੇਲੋੜਾ, ਗੈਰ ਕੁਦਰਤੀ ਰੂਪ ਧਾਰਨ ਕਰਕੇ ਤੇਰੇ ਅੰਦਰ ਕੜਮੱਸ ਪਾਈ ਰੱਖਦੀਆਂ ਨੇ, ਤੇ ਤੂੰ ਤ੍ਰਿਸ਼ਨਾ ਦੀ ਇਸ ਅਤ ਸੇਕ ਵਾਲੀ ਤਪਸ਼ ਭਰੀ ਅੱਗ ਦੇ ਵਿੱਚ ਸੜੀ ਜਾਂਦਾ, ਕਲਪੀ ਜਾਂਦਾ, ਬੇਚੈਨ ਅਸ਼ਾਂਤ ਹੋ ਕੇ ਜੀਵਨ ਦੇ ਸਮੇਂ ਨੂੰ ਗੁਜ਼ਾਰੀ ਜਾਂਦਾ, ਬਲਕਿ ਮਹਾਰਾਜ ਤੇ ਕਹਿੰਦੇ ਕਿ ਤੂੰ ਵਿਅਰਥ ਗਵਾਈ ਜਾਂਦਾ। ਇਹ ਤੇਰਾ ਜਿਹੜਾ ਬੇਥਵਾ ਕੀਤਾ ਹੋਇਆ ਦਿਨੇ ਰਾਤ ਦੌੜ ਭੱਜ ਵਾਲਾ ਉਪਰਾਲਾ ਹੈ ਨਾ, ਤੇ ਉਹਦੇ ਵਿੱਚੋਂ ਨਤੀਜਿਆਂ ਦੇ ਰੂਪ ਵਿੱਚ ਨਿਕਲੀ ਹੋਈ ਤਪਸ਼ ਭਰੀ ਬੇਚੈਨੀ ਅਸ਼ਾਂਤੀ ਹੈ, ਉਹਦੇ ਤੋਂ ਤੂੰ ਬਚ ਜਾਏਂਗਾ, ਨਹੀਂ ਸੜੇਂਗਾ। ਤ੍ਰਿਸ਼ਨਾ ਦੀ ਇਸ ਸਾਗਰ ਰੂਪ ਅੱਗ ਦੇ ਵਿੱਚ, ਇਹ ਸਾਗਰ ਹੈ ਮਹਾਰਾਜ ਕਹਿੰਦੇ, ਜਿਸ ਦਾ ਕੋਈ ਥੋ ਪਤਾ ਨਹੀਂ ਲੱਗਦਾ। ਸਾਗਰ ਇਹੀ ਹੈ ਨਾ ਜੀ ਸਾਗਰ ਦੀ ਪਛਾਣ, ਕਿ ਉਸ ਦੀ ਗਹਿਰਾਈ ਸਹਿਜੇ ਕੀਤੇ ਨਾਪੀ ਨਹੀਂ ਜਾ ਸਕਦੀ, ਸਹਿਜੇ ਕੀਤੇ ਉਸ ਦਾ ਕਿੰਨਾ ਕੁ ਲੰਬਾ ਚੌੜਾ ਪਸਾਰਾ ਹੈ, ਉਹਦੇ ਲਈ ਬਹੁਤ ਵਿਸ਼ੇਸ਼ ਉਦਮ ਕਰਨੇ ਪੈਂਦੇ, ਤੇ ਕਿਸੇ ਕਿਸੇ ਨੂੰ ਗੱਲ ਪਕੜ ਵਿੱਚ ਆਉਂਦੀ। ਆਮ ਹਾਲਤਾਂ ਦੇ ਵਿੱਚ ਸਾਗਰ ਦਾ ਸਾਨੂੰ ਸਹਿਜੇ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾ ਦੀ ਅੱਗ,
इस तरह की अथाह जिहदे विच दिने रात तुसीं लोग सड़ी जाने हो, कल्पी जाने हो, झट लंघाउने हो अपना। महाराज कहंदे इस तरह की नमोशी भरी तरसयोग हालत तो तुसीं बच सकते हो। ਇਹਦੀ बजाय ਤੁਹਾਡੇ जीवन ਵਿੱਚ असुभागी अवस्था आ सकती है। जलत नाही अग्न सागर सूख मान तन दे। ਤੁਹਾਡੇ मन ਵਿੱਚ भी ते तन ਵਿੱਚ भी वाहिगुरु जी सुख बख्श देणगे, आनंद बख्श देणगे। तुसीं करके देखो महाराज कहंदे। मैं कल भी गुरु प्यारो आप जी की सेवा विच बेनती की सी। महापुरुषों ने, गुरु साहिबान ने मनुखी जीवन नूं सफर का नाम दिता है। इसनूं यात्रा आखिया। ते जदों यात्रा करनी होवे मैं बेनती की सी कि किसी एक बिंदु तो एक टिकाणे तो असी सफर शुरू करते हैं तो किसी टिकाणे ते पहुंचना होंदा है। पर एक जगह तो दूजी जगह ते पहुंचने वास्ते कोई मार्ग ते तय करना पैंदा है ना, कोई रस्ता ते अपनाना पैंदा है। उस रस्ते की पछाण भी करनी पैंदी है ते उस रस्ते ते आउण वालियां रुकावटां, पैण वाले विघन, राहों कुराहे पैण दीयां संभावनावां उतों भी सुचेत रहना पैंदा है। रस्ते दे विच उच्ची नीवी जगह आ जावे, ठोकर लगण दा खतरा हुंदा है, उहदे पक्षों भी ध्यान रखना पैंदा है। पर महाराज कहंदे तुहाडी जिंदगी विच ते कुछ होर ही वापर रहा है। ये जिहड़ा मार्ग तुसीं जिंदगी दी यात्रा दा चुनिया, जिहड़ा वाहिगुरू जी ने तुहानूं दिता सी। कबीर जी बहुत प्यारा विस्मादी बचन बाणी विच करते हैं। कहते जदों मैं मनुख की जिंदगी दे वाहिगुरू जी वालों मिले हुए इस सफर वाल ध्यान देना तो बहुत ज्यादा हैरान होना। करता पुरख वाहिगुरू जी ने किन्नी बख्शिश की थी। मनुखी जीवन का यह मार्ग महाराज कहते माणक मोतियां नाल, आनंद नाल, खुशियां नाल भरिया पिया। एक भी जगह इत्थे ऐसी नहीं जिथे मार्ग तय करते हैं, कोई पड़ा ऐसा नहीं जिथे मनुख चिंतातुर होवे, भयभीत होवे, चिंता सहम विच जीवे। किते भी महाराज ने, वाहिगुरू जी ने ऐसी, पर उल्टा हो गया काम। महाराज कहने गड़बड़ हो गई। बदकिस्मती मनुख दी कि इस जीवन दे मार्ग ते चलण लगे अज्ञानता रूपी दृष्टिहीनता का, अंधेपन का शिकार हो गया। इस मार्ग ते जदों शुरुआत हुई अज्ञानता का अन्नापन इहदे उत्ते हावी हो गया। हुण अन्नेपन दे विच महाराज कहंदे यह जीवन का सफर तय कर रहा। उत्थे पए ने माणक मोती, उत्थे पए ने वाहिगुरू जी दीयां चंगियाइयां दे कीमती रतन पदार्थ। वो हुण अज्ञानता की दृष्टिहीनता करके, अंधेपन करके वो ते नजर नहीं आउंदे, उल्टा ठोकरां खाई जांदा। कदी काम इनू भटका के कुराहे पा दिंदा, कदी लोभ मोह क्रोध हंकार, पता नहीं किस किस तरह दीयां ठोकरां इनू रोज लग रही। मार्ग ते तय हो रहा है पर उथे सवाए ठोकरां तो ते ठोकरां दे विचों निकलण वाली बेचैनी, अशांति तो, दुख तो और कुछ नहीं पल्ले पै रहा। जदों कि इस मार्ग ते कबीर जी कहंदे मैं जो अनुभव किया, जो मेरे ते वाहिगुरू ने बख्शिश की थी, वो ये कि इत्थे ते पए सी सिफत सलाह दे मोती माणक। वो नाल नाल चुगी जाने सी, चुगदियां चुगदियां सिफत सलाह दे माणक मोती चुगदियां वाहिगुरू जी दे बेगमपुरे दे विच पहुंच जाना सी, रब रूप हो जाना सी। सूरज किरण मिले जल का जल हुआ राम, ज्योति ज्योत रली संपूर्ण थिया राम। यात्रा इस तरह सफल संपूर्ण हो जानी सी, मनुख तो शुरू होके रब बन जाना सी। जीवन मार्ग ते ऐसी पर उल्टा हो गया। कबीर जी बचन कर दे
मार्ग मोती बीथरे। ये जीवन मार्ग दे मनुखी जीवन मार्ग ते वाहिगुरु जी ने तां ये बख्शिश कीती सी कि तुसीं गुणां दा खजाना अपने अंदर लैके इहदा आनंद माणदियां जीवन सफर तय करो। देखो ना, असीं सधारण जही मिसाल अपने रोजाना जीवन विचों लईए। असीं किते आउटिंग ते जाना है, सैर सूर करन जाना है, मेहमानां को अपने वाहिगुरू किसी मित्र प्यारियां कोल जाना, ते घरों तुरदे आ, कहंदे जी रस्ते दे विच प्यास लगनी है, भुख लगनी है, कोई चीज़ां खाण पीण लई लै लो, कुछ गीत संगीत का प्रबंध कर दें ताकि सफर विच बोर ना होइए, सफर दे विच आनंद माणदे हसदे खेडदे जाइए ते खांदे पींदे जाइए ताकि सफर जिहड़ा है वो सुहावना होवे। किन्नी तैयारी करके असीं जाने आ बड़े चाव नाल। महाराज कहते जीवन मार्ग दे सुहावनेपन वाल ध्यान नहीं जा रहा, अज्ञानता की दृष्टिहीनता ने ऐसा प्रभाव पाया। महाराज वचन कर दे, मार्ग मोती बीथरे अंधा निकस्यो आए। अज्ञानता का अंधापन लैके इत्थे मनुख आ गया इस जीवन सफर ते। हुण वो अज्ञानता के अन्नेपन करके उन्होंने पता ही नहीं लग रहा मैं पहुंचना कित्थे है, ते जेड़ा मैं रस्ता पकड़िया उस रस्ते ते ठोकरां दीयां संभावनावां कित्थे कित्थे पईयां ने, राहों कुराहे पैण दीयां संभावनावां कित्थे कित्थे पईयां ने, किहड़े मेरे रस्ते विच मिलण वाले बंदे जेड़े है मैनूं उल्टे पासे लैके जाण वाले है, किहड़े मेरी डंगोरी पकड़ के मेरा हाथ पकड़ के मैनूं सही मंजिल तक पहुंचाउण वाले, कुछ भी पता नहीं लग रहा। महाराज कहने मैं देख रहा सारे संसार के लोगों का इहो ही हाल बनया पिया। ये जिहड़ा गुरु अर्जन देव पातशाह ने बचन किया ना, चिंतत ही दिसै सब कोए, ओहदा कारण है। कबीर जी कहते ओहदा कारण यह है, मार्ग मोती बीथरे अंधा निकस्यो आए, जोत बिना जगदीश की जगत उलंघा जाए। वाहिगुरू जी दे कोलों गुरु दे राही आई हुई वो ज्ञान की जोत तो बिना, ज्ञान की दृष्टि तो बिना ये सारा संसार महाराज कहते नेत्रहीणा वांग इस संसार का सफर तय करी जा रहा है ते ठोकरां खाई जा रहा है। कुराहे पिया होया, कदी इधर डिगदा कदी इधर डिगदा, कदी किसी काम की ठोकर दे नाल डिगदा, कदी क्रोध की ठोकर दे विच आके कुछ पल्ले नहीं। जीवन सफर नूं सुहावना बनाउण वास्ते कदी लोभ का शिकार हो के, कदी काम का शिकार हो के दुनिया के रंग तमाशियां विच वाशनावां दे विच घिरिया। महाराज कहते चाले थे हर मिलन को, बीचे निकसे बीचे अटके उचीत, उथे ही फस गया। दुनिया की वाहवा विच फस गया, दुनिया के धंधियां दे विच फस गया, दुनिया के धन पदार्थां की प्राप्ति लई बेथवी दौड़ विच फस गया। ਉਹ ਕੀ ਕਰਦਾ ਪਿਆ, ਉਹ ਕੀ ਕਰਦਾ ਪਿਆ, ਉਹਨੇ ਇਹ ਕਿਉਂ ਕਰ ਲਿਆ, ਉਹਨੇ ਇਹ ਪ੍ਰਾਪਤ ਕਰ ਲਿਆ, ਮੈਨੂੰ ਨਹੀਂ ਪ੍ਰਾਪਤ ਹੋਇਆ। ਦੂਜਿਆਂ ਦੀ ਬਦਖੋਈ, ਦੂਜਿਆਂ ਦੇ ਪ੍ਰਤੀ ਈਰਖਾ ਭਾਵ, ਦੂਜਿਆਂ ਦੇ ਪ੍ਰਤੀ ਮਾਨ ਅਪਮਾਨ ਦੀਆਂ, ਨਿੰਦਿਆ ਚੁਗਲੀ ਦੀਆਂ ਗੱਲਾਂ ਭਰੀਆਂ ਪਈਆਂ ਬਾਹਰ ਮੁਖੀ ਜ਼ਿੰਦਗੀ। ਮਹਾਰਾਜ ਕਹਿੰਦੇ ਉਹ ਪਏ ਹੋਏ ਮਾਨਕ ਮੋਤੀਆਂ ਵੱਲ ਧਿਆਨ ਹੀ ਨਹੀਂ ਜਾਂਦਾ। ਅਸੀਂ ਗੁਰੂ ਕੇ ਕਹਾਉਣ ਵਾਲੇ ਵੀ ਇਸੇ ਹੀ ਬਿਰਤੀ ਦਾ ਸ਼ਿਕਾਰ ਹੋਏ ਪਏ। ਬਾਣੀ ਦੇ ਸਿੱਖ ਕਹਾਈ ਜਾਂਦੇ ਆ, ਗੁਰਦੁਆਰੇ ਵੀ ਆਈ ਜਾਂਦੇ ਆ, ਗੁਰੂ ਦੀਆਂ ਗੱਲਾਂ, ਬਾਣੀ ਦੀਆਂ ਗੱਲਾਂ, ਧਰਮ ਗ੍ਰੰਥ ਦੀਆਂ ਗੱਲਾਂ ਕਰੀ ਜਾਂਦੇ ਆ, ਪਰ ਸਵਾਏ ਵਾਦ ਵਿਵਾਦ ਤੋਂ, ਈਰਖਾਲੂ ਬਿਰਤੀ ਤੋਂ, ਕੁਝ ਬਖਸ਼ਿਸ਼ ਭਰੀਆਂ ਰੂਹਾਂ ਨੂੰ ਛੱਡ ਕੇ ਬਹੁਤਿਆਂ ਦਾ ਹਾਲ ਇਹੀ ਹੈ। ਪਿਛਲੇ ਦਿਨੀ ਇੱਥੋਂ ਹੀ ਮੈਂ ਹਾਜ਼ਰੀ ਭਰ ਕੇ ਗਿਆ। भाई रणजीत सिंह जी तुसी ना सुनियो ध्यान नाल गल मेरी, मैं सिर्फ एवं ही गल कर रहा। मैं जा रहा सी ते रस्ते विच ना बस विच बैठे मैनूं फोन आया। मैं हालत दस रहा साडी गुरु के कहाउण वालियां दी भी हालत की। फोन आया, कई 2-4 साल हो गए कभी फोन नहीं सी कीता, कोई फतेह नहीं बुलाई, कोई कुछ नहीं, ते कहंदे की है तुहानूं की हो गया अज कल, तुसीं भी चापलूसी वाले मार्ग ते चल,
मैं थोड़ा जिहा तरब के आवाज़ से मैं पछाण लई भी अपने। मैं आख्या जी की हो गई मेरे को गलती, तुसी भाई रणजीत सिंह नूं सिंह साहब कहना शुरू करता। मेरे मन च बहुत इत्थों कथा की हाज़री भर के तुहाडा प्यार असीसां लैके फोन आउंदे रहिंदे ने। बहुत गुरसिख बहुत माण प्यार नाल फोन करते हैं, असीसां बख्शते हैं, तो उस असीसां की मस्ती दे विच समा लंघदा है। पर वो अचनचेती फोन आया तो अंदर मैं झंझोड़िया गया, ये सच्चे पातशाह की हो गया सानू। इन्नी भी गल जिहड़ी है, एक गुरु के दर ते गुरु का वजीर मुख सेवादार ਉਹਦੇ प्रति यह गल, हालांकि तखत श्री पटना साहब तो महाराज की बख्शिश सिंह साहब के रूप में इन्हों उतों ये मान मिलिया, पर जे ना भी मिलिया होवे, जे सिंह साहब भाई रणजीत सिंह जी करके सत्कार नाल बुला लिया, तो सानू तो हुक्म यह है कि एक दूजे नूं मिठा बोलो, एक दूजे नूं सत्कार नाल बोलो, ना फिक्का बोलिया करो। ये फिक्का बोलण वाले महाराज कहते ना समझ होंदे ने, मूर्ख होंदे ने। फिक्का मूर्ख आखी है नहीं हैगी। ये तुहाडी जीवन जुगत, तुहाडी जीवन जुगत मिठित नीवी नानका गुण चंगाइयां तत्त वाली है। अपने आप को जिन्ना निमरता विच लिया सकते हो, जिन्ना अपने आप को मिठास विच लिया सकते हो, अपनी बोल बाणी नूं, यही गल्लां ते कबीर जी कह रहे, कबीर मार्ग मोती बीथरे। तुसीं तुहाडा ध्यान मानक मोतियां वाल जा ही नहीं रहा। सच्चे पातशाह ने बचन किया, सांझ करीजे गुण केरी छोड़ अवगण चलिए। भले हो जे चाहते हो ए मानक मोती तुहाडे जीवन की पूंजी बन जान, वाहिगुरु जी दे गुणां दा तुहाडे अंदर वासा हो के तुहानू गुणी निधान का रूप बना दिता बन जाओ तुसी, तां इहदे लई गुणां वल ध्यान दिया करो, औगुणां वल ध्यान ना दिया करो। साहब जी बचन करदे, जे गुण होवन, जे चाहुंदे हो कि तुहाडे अंदर गुण होण, सिफतां होण तुहाडे अंदर, ते सच्ची मुच्ची तुहाडा मान सत्कार बने, तां जे गुण होवन साजना मिल सांझ करी जाए। ते सांझ किस तरह की करनी? सांझ करी जाए गुण केरी छोड़ अवगण चली है। महाराज कहते जिथे जाए बही है भला कही है, झोल अमृत पी जाए। है गुरमत जीवन जुगत, जिथे जाए बही है भला कही है। ते साडा सारा समा महाराज कहते वो पत्थर गीटे, दूजियां नाल ईरखा, दूजियां नाल बोल कबोल, दूजियां दी निंदिया चुगली, दूजियां दा कूड़ा करकट ही इकट्ठा करने वाले पासे लगे। ते उस मार्ग ते आनंद कित्थों आना, उस मार्ग ते सुख कित्थों मिलना? महाराज कहते मैं चाहना तुहाडे जीवन विच सुख मन तन देह वाली अवस्था बने। ये गल्लां नाल ते नहीं बननी। धन गुरु अर्जन देव पातशाह जी का एक बड़ा विस्मादी बचन है। साहब कहते गुरु के कहण वाले हो, गुरु दर ते आके बाणी दा कीर्तन पाठ विचार सुनन कहण वाले हो, अपने जीवन दे वल अंतर झात मारन दा सुभाव बनाओ, अंतर्मुखी होवो, अपनी पड़चोल करया करो, नहीं तो यह सारा कुछ तुहाडा कर्मकांड बन के रह जाना। जाओ गुरु अस्थानां ते, गुरु अस्थानां ते जाके पातशाह जी दे उस पावन कौतकां नाल जुड़े हुए अस्थानां दी चरण धूड़ प्राप्त करो। उत्थे सतसंगियां नाल बैठो, उत्थे बने हुए सरोवरां ते चुभियां मारो, मुबारक है। लेकिन एक गल याद रखियो, ये सारा कुछ उस करता पुरख वाहिगुरु जी दी नाम सिमरन वाली प्यार याद विच जुड़न वाली अवस्था दे लई सहायक ने। भावें तीर्थां ते जाके सरोवरां ते इशनान करना, भावें उत्थे जाके भेटावां अर्पित करनियां, किसी भी प्रकार की सेवा करनी, पाठ करना, कीर्तन करना, सुनना, विचार करनी, सुननी, ये सारे ही कर्म ने। उत्थे तक अपने मन की अवस्था नूं अपनाउण वास्ते जिहड़ी मन की अवस्था महाराज कहंदे नाम सिमरन वाली निरंतर
ਵਾਹਿਗੁਰੂ ਜੀ ਦੀ ਗੁਣਾਂ ਵਾਲੀ ਪਿਆਰ ਯਾਦ ਨੂੰ ਆਪਣੇ ਅੰਦਰ ਦ੍ਰਿੜ ਕਰਨ ਵਾਲੀ। ਇਹ ਜਿਹੜਾ ਬਚਨ ਮਹਾਰਾਜ ਕਰਦੇ ਨੇ, ਮੇਰੇ ਮਨ ਨਾਮ ਨਿਤ ਨਿਤ ਲੈ, ਨਿੱਤਾ ਪ੍ਰਤੀ ਹਰ ਪਲ ਵਾਹਿਗੁਰੂ ਜੀ ਦੇ ਗੁਣਾਂ ਦਾ ਹੀ ਚਿੰਤਨ ਚੇਤਾ ਕਰਦਾ ਰਿਹਾ ਕਰ। ਇਹ ਚੇਤਾ ਨਾ ਭੁੱਲੇ ਤੈਨੂੰ। वाहिगुरु जी आप जी इस तरह हो, आप जी इस तरह हो, आप जी मेरे जीवन दाते हो, आप जी मेरे प्रतिपालक हो, तुम दाते ठाकुर प्रतिपालक नायक खसम हमारे, निमक निमक तुम ही प्रतिपालो हम बारक तुमरे धारे, जेवा एक कवन गुण कही है, बेशुमार बेअंत स्वामी तेरू अंत ना किन्हीं लिया। ये चेता गुणों का चलता रहे तुहाडे अंदर, किसी ना किसी रूप दे विच वाहिगुरू जी नाल तुहाडीआं गल्लां, तुहाडा संवाद, चर्चा चलती रहे। वाहिगुरू जी की हाज़री, वाहिगुरू जी की निकटता, उन्हां दे अंग संग होण दी बिरती ये बनी रहे। महाराज कहंदे जदों इस तरह की सुचेतता भरी वाहिगुरू जी की प्यार याद वाली अवस्था तुहाडी बनेगी, फिर तुहाडा जीवन मार्ग जिहड़ा ना वो ठोकरां भरिया, इन्हां विकारी बिरतियां दे प्रभाव वाला नहीं बनेगा। फिर ये मार्ग मोती बीथरे जिहड़े मानक मोती पए ने ना वाहिगुरू दे गुणां दे, ये तुहाडी झोली, ये तुहाडी मत विच आ जाणगे, मालक हो जाओगे इन्हां दे। बस करना ये है, जे अपनी मत दे विच, अपनी सुरती बिरती विच ये गुण लियाउणा चाहुंदे हो, ये मानक मोती जिहड़े बीथरे पए ने उत्थे जीवन मार्ग ते खिलरे पए ने, जे इन्हां नूं तुसीं इत्थे लियाउणा चाहुंदे हो, अपने अंदर इन्हां गुणां दे मालक बनना चाहुंदे हो, तो एक काम करिया करो जिहड़ा असीं रोज़ पढ़दे हां, गुरु नानक देव पातशाह दा बचन, मत विच रतन जवाहर मानक, जे एक गुर की सिख सुनी। हुण कल बचन आया सी, मेरे मन करन सुन हर नाम, कन्ना नाल सुनो, पर कन्ना नाल सुनना पहली अवस्था है। शरीर के कन्ना तक सीमित ना रहो, रसना नाल बोलना ये पहली अवस्था है। अखां नाल देखना, शरीरक अखां नाल गुरु के दर्शन करने, सत्संगियां के दर्शन करने, ये पहली अवस्था है। हुण इस तो अगे तुरना ये मार्ग है, ये पहला पड़ाव है। इस तो अगे जे सफर तय करना मंजिल तक पहुंचने लई, तां महाराज कहंदे हुण कन्नां नाल, शरीरक कन्नां नाल सुणदियां सुरती दे कन्नां नाल सुणन दी जाच सिखो, सुरती दीआं अखां नाल दर्शन करन दी जाच सिखो, सुरती दी जेबां नाल बोलण दी जाच सिखो। यही गुरु अंगद देव पातशाह बाणी दे विच बचन करदे ने। जाच की सिखणी है तुसीं? अखीं बाझों वेखना, विण कन्ना सुनना, पैरां बाझों चलना, विण हत्थां करना। महाराज ये किवें हो सकदा कि हत्थां तो बिना असीं कुछ कर सकीए, अखां तो बिना कुछ देख सकीए, कन्नां तो बिना कुछ सुन सकीए? बस महाराज कहंदे यही भेद दीआं गल्लां, रमज दीआं गल्लां जिहड़ियां गुरु कोल आके सिखणीआं। ये अखीं बाझों वेखना दी महाराज कहंदे जिहड़ी मैं तुहानूं गल कर रहा ना, वो अखां सुरती दीआं अखां ने। ये अखां नाल बाहरी तौर ते देखदियां जे सुरती दीआं अखां नाल देखना नहीं आया, तो फिर बाहरी तौर ते देखिया तुहानूं होर तरह के भरम भुलेखे पै सकदे। कन्ना तक सुनोगे केवल, सुरती दीआं अखां नाल नहीं तुहानूं देखना आएगा वाहिगुरू, सुरती दे कन्ना नाल नहीं सुनना आएगा। इहदे होर तरह के नतीजे भी निकल सकते हैं और अज निकल रहे हैं। धन गुरु अर्जन देव महाराज दा बाणी विच बचन है, सब कहंदे गल्लां राम भजन दियां, नाम सिमरन दियां इत्थे संसार विच करी जा रहे हैं। वड्डे वड्डे सत्संग होई जा रहे हैं, वड्डे वड्डे धार्मिक समागम होई जा रहे हैं, धर्म ग्रंथां दी चर्चा होई जा रही है, लेकिन नतीजे बड़े उल्ट निकल रहे हैं। आनंदमयी नतीजे निकलण दी बजाय झगड़े कलेशां वाले, वाद विवाद वाले, जुड़न दी बजाय टुटण वाले, वंडियां पैण वाले नतीजे निकल रहे हैं। कि ये सच नहीं? अज साडे गुरु के कहाउण वालियां दा, साडे सिख कहाउण वालियां दा, गुरु खालसा पंथ कहाउण वालियां दा अज साडा ये नमोशी भरिया दृश्य नहीं बनिया होया।
ਗੁਰੂ ਬਾਣੀ ਦੇ ਨਾਮ ਤੇ ਅਸੀਂ ਆਪਸ ਵਿੱਚ ਹੀ ਦੀਵਾਨ ਸਜਾਉਂਦਿਆਂ ਗੁਰਮਤਿ ਸਮਾਗਮ ਰਚਾਉਂਦਿਆਂ ਐਸੇ ਤਰਕਵਾਦੀ ਹੋ ਗਏ ਆ, ਐਸੇ ਵਿਤੰਡਾਵਾਦੀ ਹੋ ਗਏ ਆ ਕਿ ਆਪਸ ਵਿੱਚ ਹੀ ਫਤਿਹ ਬੁਲਾਉਂਦਿਆਂ ਗੁਰੂ ਸਾਹਿਬ ਨੇ ਤੇ ਆਖਿਆ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਮੁਖ ਗੁਰੂ ਵੱਲ ਕਰਕੇ ਸਫਾ ਵਿਛਾ ਕੇ ਬੈਠਿਆ ਕਰੋ। ਤੇ ਅਸੀਂ ਤੇ ਫਤਿਹ ਬੁਲਾਉਣੋਂ ਵੀ ਗਏ, ਇੱਕ ਦੂਜੇ ਦੇ ਨਾਲ ਡਾਂਗੋ ਡਾਂਗੀ ਹੋਣ ਦੀ। ਔਰ ਆ ਭਰਿਆ ਪਿਆ ਹੁੰਦਾ ਮੋਬਾਈਲ ਦੇ ਉੱਤੇ, WhatsApp ਤੇ ਇੱਕ ਦੂਜੇ ਦੀ ਬਦਖੋਈ, ਤੇ ਬਦਖੋਈ ਕਿਸੇ ਹੋਰ ਗੱਲ ਕਰਕੇ ਨਹੀਂ। ਉਹਨੇ ਬਾਣੀ ਦੇ ਅਰਥ ਗਲਤ ਕਰਤੇ, ਉਹਨੇ ਇਤਿਹਾਸ ਨੂੰ ਐਦਾਂ ਬੋਲ ਦਿੱਤਾ, ਉਸਨੇ ਬਾਣੀ ਦੇ ਉੱਤੇ ਇਹ ਕਿਉਂ ਕਰਤਾ, ਉਸਨੇ ਇਹ ਗੱਲ ਕਿਉਂ ਆਖ ਦਿੱਤੀ, ਬਸ ਇੱਕ ਦੂਜੇ ਨੂੰ ਮਰਨ ਮਰਾਉਣ। ਮਹਾਰਾਜ ਕਹਿੰਦੇ ਯਾਦ ਰੱਖੋ, ਇਹੀ ਅਗਿਆਨਤਾ ਭਰੀ ਦ੍ਰਿਸ਼ਟੀਹੀਣਤਾ ਹੈ ਜਿਹੜੀ ਤੁਹਾਡੇ ਜੀਵਨ ਮਾਰਗ ਤੇ ਤੁਹਾਨੂੰ ਗੁਰੂ ਕੇ ਕਹਾਉਣ ਵਾਲਿਆਂ ਨੂੰ ਵੀ ਇਹ ਮਾਰਗ ਮੋਤੀ ਬੀਥਰੇ ਤੋਂ ਵਾਂਝਿਆ ਕਰ ਰਹੀ ਹੈ। ਤੁਹਾਡੇ ਜੀਵਨ ਦਾ ਆਪਣਾ ਰਸ ਗੁਆਚ ਰਿਹਾ, ਦੂਜਿਆਂ ਦਾ ਤੇ ਤੁਸੀਂ ਬਦਖੋਈ ਕਰਕੇ ਅਪਮਾਨ ਹੀ ਕਰਦੇ ਹੋ ਨਾ, ਪਰ ਉਹਨਾਂ ਦੇ ਕੀਤੇ ਹੋਏ ਅਪਮਾਨ ਦਾ ਜੋ ਨਤੀਜਾ ਤੁਹਾਨੂੰ ਭੁਗਤਣਾ ਪੈ ਰਿਹਾ ਉਹ ਇਹ ਹੈ ਕਿ ਤੁਹਾਡਾ ਰਸ ਗੁਆਚ ਰਿਹਾ, ਤੁਹਾਡਾ ਆਨੰਦ ਗੁਆਚ ਰਿਹਾ ਹੈ, ਕਲਪੀ ਜਾ ਰਹੇ ਹੋ ਇੱਕ ਦੂਜੇ ਦੇ ਨਾਲ, ਕ੍ਰੋਧ ਵਿੱਚ, ਹੰਕਾਰ ਵਿੱਚ, ਆਪਣੇ ਗਿਆਨ ਦੇ ਮਾਣ ਵਿੱਚ ਕਿ ਮੇਰੇ ਤੋਂ ਵਧੀਆ ਇਹਨੂੰ ਗੁਰਬਾਣੀ ਦਾ ਕਿੱਦਾਂ ਪਤਾ ਹੋ ਸਕਦਾ, ਇਹਨੂੰ ਮੇਰੇ ਤੋਂ ਵਧੀਆ ਇਤਿਹਾਸ ਦਾ ਕਿਵੇਂ ਪਤਾ ਹੋ ਸਕਦਾ, ਇਹ ਸਾਰਾ ਕੁਝ ਗਲਤ ਬੋਲੀ ਜਾ ਰਿਹਾ, ਇਹ ਸਭ ਕੁਝ ਗਲਤ ਕਰੀ ਜਾ ਰਿਹਾ, ਉਹਦਾ ਤੇ ਕੁਝ ਵਿਗੜਦਾ ਕਿ ਨਹੀਂ ਵਿਗੜਦਾ, ਆਪਣਾ ਰਸ ਗੁਆਚ ਗਿਆ ਸਾਡਾ। ਵਾਹਿਗੁਰੂ ਜੀ ਨਾਲ ਜਿਹੜੀ ਲਿਵ ਜੁੜਨੀ ਸੀ ਉਹ ਲਿਵ ਟੁੱਟ ਗਈ, ਲਿਵ ਜੁੜ ਗਈ ਸਾਡੀ ਬਾਹਰ, ਲਿਵ ਜੁੜ ਗਈ ਦੂਜਿਆਂ ਦੇ ਨਾਲ। ਦੂਜੇ ਮੇਰੇ ਬਾਰੇ ਕੀ ਆਖਦੇ ਨੇ, ਧਿਆਨ ਦੂਜਿਆਂ ਵੱਲ ਚਲਾ ਗਿਆ। ਦੂਜੇ ਮੇਰੇ ਬਾਰੇ ਮਾਣ ਦੀਆਂ ਗੱਲਾਂ ਆਖਦੇ ਨੇ, ਮੈਂ ਹੰਕਾਰ ਨਾਲ ਭਰ ਗਿਆ। ਦੂਜੇ ਮੇਰੇ ਬਾਰੇ ਅਪਮਾਨ ਦੀਆਂ ਗੱਲਾਂ ਕਰਦੇ, ਮੈਂ ਨਮੋਸ਼ੀ ਨਾਲ ਭਰ ਗਿਆ, ਨਿਰਾਸ਼ ਹੋ ਗਿਆ, ਉਦਾਸ ਹੋ ਗਿਆ, ਮੇਰੇ ਬਾਰੇ ਇਦਾਂ ਦੀ। ਬਸ ਫਿਰ ਲੜਨ ਲੜਾਉਣ ਦਾ ਮਸਲਾ, ਜੇ ਉਹਨੇ ਮੇਰੇ ਬਾਰੇ ਇਦਾਂ ਗੱਲ ਆਖੀ ਹੈ ਮੈਂ ਵੀ ਅੱਗੋਂ ਫਿਰ 10 ਆਖਣੀਆਂ ਨੇ। ਸਾਹਿਬ ਕਹਿੰਦੇ ਲਿਵ ਕਿੱਥੇ ਗਈ ਤੁਹਾਡੀ? ਮੈਂ ਤੇ ਤੁਹਾਨੂੰ ਕਹਿਣਾ, ਮੇਰੇ ਮਨ ਆਖਿਆ ਕਰੋ ਆਪਣੇ ਆਪ ਨਾਲ, ਦੂਜਿਆਂ ਨਾਲ ਹੀ ਸੰਵਾਦ ਰਚਾਇਆ ਪਿਆ, ਆਪਣੇ ਮਨ ਨਾਲ ਸੰਵਾਦ ਰਚਾਓ ਨਾ, ਆਪਣੇ ਮਨ ਨੂੰ ਪਰਚੋਲੋ। ਕੈਸਾ ਬਿਸਮਾਦੀ ਬਚਨ ਸੱਚੇ ਪਾਤਸ਼ਾਹ ਹਜ਼ੂਰ ਨੇ ਬਾਣੀ ਵਿੱਚ ਕੀਤਾ। ਦਾਤਾ ਜੀ ਕਹਿੰਦੇ ਮੈਂ ਤੁਹਾਨੂੰ ਦੱਸਦਾ ਇਹ ਲਿਵ ਕਿਵੇਂ ਜੁੜਦੀ ਹੁੰਦੀ ਹੈ, ਇਹ ਮਾਰਗ ਮੋਤੀ ਬੀਥਰੇ ਦਾ ਇਹ ਖਜ਼ਾਨਾ ਕਿਵੇਂ ਆਪਣੀ ਝੋਲੀ ਪਵਾਇਆ ਜਾ ਸਕਦਾ ਹੈ, ਕਿਵੇਂ ਇਹਦੇ ਮਾਲਕ ਬਣਿਆ ਜਾ ਸਕਦਾ ਹੈ। ਕਰਿਆ ਕਰੋ ਇਹ ਰੋਜ਼ ਆਪਣੇ ਮਨ ਨਾਲ। ਦੂਜੇ ਕੀ ਕਹਿ ਰਹੇ ਆ, ਕਿਉਂ ਕਹਿ ਰਹੇ ਆ, ਕਿਵੇਂ ਕਹਿ ਰਹੇ ਆ, ਸਾਰਾ ਸਮਾਂ ਉੱਥੇ ਬਰਬਾਦ ਕਰੀ ਜਾ ਰਹੇ ਹੋ ਤੁਸੀਂ ਆਪਣਾ। ਨਾ ਕਰੋ, ਇਹ ਰੋਜ਼ ਆਪਣੇ ਮਨ ਦੀ ਅਵਸਥਾ ਨੂੰ ਪਰਚੋਲਣਾ ਸਿੱਖੋ। ਤੇ ਜਾਚ ਸਿਖਾਈ ਹੈ ਗੁਰੂਦੇਵ ਨੇ। ਮਹਾਰਾਜ ਕਹਿੰਦੇ ਰੋਜ਼ ਕੁਝ ਸਮਾਂ ਤੇ ਬਿਤਾਓ ਆਪਣੇ ਆਪ ਨਾਲ ਤੇ ਇਹ ਪੁਣਛਾਣ ਕਰੋ, ਮਨ ਕਿਆ ਕਹਿਤਾ, ਹਾਂ ਕਿਆ ਕਹਿਤਾ। ਦੁਨੀਆ ਦੇ ਵਿੱਚ ਵਿਚਰਦੇ ਆ, ਅੰਦਰ ਤੁਹਾਡੇ ਕੀ ਪਿਆ ਹੋਇਆ ਹੈ, ਅੰਦਰ ਤੁਹਾਡੀ ਮਨੋ ਅਵਸਥਾ ਕੀ ਹੈ, ਬਾਹਰ ਤੁਸੀਂ ਲੋਕਾਂ ਨੂੰ ਕੀ ਕਹੀ ਜਾ ਰਹੇ ਹੋ। ਗੁਰਦੁਆਰੇ ਆਉਨੇ ਹੋ, ਇੱਥੇ ਆ ਕੇ ਮੈਂ ਕੀ ਕਹਿ ਰਿਹਾ ਗੁਰੂ ਦੇ ਸਾਹਮਣੇ, ਬੇਨਤੀਆਂ ਅਰਦਾਸਾਂ ਕੀ ਕਰ ਰਿਹਾ, ਤੇ ਮੇਰੇ ਅੰਦਰ ਕੀ ਹੈ। ਮੈਂ ਜਿਸ ਅੰਤਰਯਾਮੀ ਸਤਿਗੁਰੂ ਦੇ ਅੱਗੇ ਆ ਕੇ ਝੋਲੀ ਅੱਡ ਕੇ ਮੰਗ ਰਿਹਾ, ਜਿਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਨਾਲ ਬਖਸ਼ਿਸ਼ਾਂ ਭਰੀ ਸਾਂਝ ਬਣਾਉਣ ਲਈ, ਲੋਕ ਸੁਖੀਆ ਪਰ ਲੋਕ ਸੁਹੇਲਾ ਬਣਾਉਣ ਲਈ ਝੋਲੀ ਅੱਡ ਕੇ ਆਇਆ, ਉਹ ਤੇ ਅੰਤਰਯਾਮੀ ਹੈ। ਉਹਦੇ ਸਾਹਮਣੇ ਮੈਂ ਕਿਸ ਤਰੀਕੇ ਨਾਲ ਆਪਣਾ ਆਪਾ ਪੇਸ਼ ਕਰ ਰਿਹਾ। ਮਾਰੇ ਕਹਿੰਦੇ ਇਹ ਜ਼ਰਾ ਆਪਣੇ ਆਪ ਦੇ, ਦੁਨੀਆ ਨੂੰ ਨਹੀਂ ਪਤਾ ਲੱਗਣਾ, ਦੁਨੀਆ ਨੂੰ ਦੱਸਣ ਦੀ ਵੀ ਲੋੜ ਨਹੀਂ ਤੁਹਾਨੂੰ, ਕੋਈ ਮਜਬੂਰੀ ਨਹੀਂ ਤੁਹਾਡੀ, ਪਰ ਜਿਹਦੇ ਅੱਗੇ ਤੁਸੀਂ ਪੇਸ਼ ਕਰ ਰਹੇ ਹੋ ਆਪਣੇ ਆਪ ਨੂੰ, ਆਪਣੀਆਂ ਬੇਨਤੀਆਂ ਨੂੰ, ਉੱਥੇ ਅੰਦਰੂਨੀ ਸਾਂਝ ਐਦਾਂ ਪਾਓ। ਮਨ ਕਿਆ ਕਹਿਤਾ, ਹਾਂ ਕਿਆ ਕਹਿਤਾ। ਮੈਂ ਗੁਰੂ ਸਾਹਿਬ ਦੇ ਅੱਗੇ ਕੀ ਕਹਿ ਰਿਹਾ, ਪਰ ਮੇਰਾ ਮਨ ਕੀ ਕਹਿ ਰਿਹਾ ਹੈ। ਜਾਨ ਪ੍ਰਵੀਨ ਠਾਕੁਰ ਪ੍ਰਭ ਮੇਰੇ, ਤਿਸ ਆਗਿਆ ਕਿਆ ਕਹਿਤਾ। ਉਹਦੇ ਅੱਗੇ ਮੈਂ ਕੀ ਕਹਿ ਰਿਹਾ। ਮਾਰੇ ਕਹਿੰਦੇ ਤੁਹਾਡੇ ਪੋਚਵੇਂ ਪ੍ਰਭਾਵਸ਼ਾਲੀ ਸ਼ਬਦਾਂ ਦੇ ਨਾਲ ਨਹੀਂ ਬਣਨੀ ਗੱਲ। ਤੁਸੀਂ ਕੁਝ ਵੀ ਨਾ ਆਖੋ, ਅਨਬੋਲਤ ਮੇਰੀ ਬਿਰਥਾ ਜਾਣੇ। ਉਤੇ ਤੁਸੀਂ ਨਹੀਂ ਵੀ ਬੋਲੋਗੇ, ਤੁਹਾਡੇ ਅੰਦਰ ਦੀ ਅਵਸਥਾ ਨੂੰ ਜਾਣਦੇ ਹੈ। ਉਹਨਾਂ ਨੇ ਤੁਹਾਨੂੰ ਰਚਿਆ ਹੈ, ਉਹ ਰੋਮ ਰੋਮ ਵਿੱਚ
ਵਸੇ ਹੋਏ ਨੇ, ਤੁਹਾਡੇ ਅੰਦਰ ਬੈਠੇ ਨੇ ਤੇ ਅੰਦਰ ਦੀ ਅਵਸਥਾ ਨੂੰ ਜਾਣਦੇ ਹੈ। ਇਸ ਕਰਕੇ ਛੁਪਾਓ ਨਾ ਉੱਥੇ ਆਪਣੇ ਆਪ। ਚਤੁਰ ਬਣ ਕੇ ਗੱਲ ਨਹੀਂ ਬਣਨੀ। ਇਹੀ ਬਚਨ ਕਰ ਰਹੇ ਸਤਿਗੁਰੂ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ। ਅੰਨੇ ਬਣ ਕੇ, ਬੋਲੇ ਬਣ ਕੇ ਜੇ ਤੁਸੀਂ ਇਸ ਗੁਰੂ ਦੇ ਦਰਸ਼ਨ ਕਰਨਾ ਚਾਹੋਗੇ, ਗੁਰੂ ਦੇ ਬਾਣੀ ਨੂੰ ਸੁਣਨਾ ਚਾਹੋਗੇ, ਮਹਾਰਾਜ ਕਹਿੰਦੇ ਨਹੀਂ ਹੋ ਸਕਣਾ। ਤੇ ਇਸ ਵੇਲੇ ਹਾਲਤ ਅੰਨਿਆਂ ਬੋਲਿਆਂ ਵਾਲੀ ਬਣੀ ਪਈ ਹੈ ਬਹੁਤਿਆਂ ਦੀ ਸਾਡੀ। ਮਾਇਆਵੀ ਬਿਰਤੀਆਂ ਦਾ ਸ਼ਿਕਾਰ ਹੋਏ ਪਏ ਆ। ਮਾਇਆਵੀ ਬਿਰਤੀਆਂ ਕਿਹੜੀਆਂ? ਸਿਰਫ ਇਹੀ ਨਹੀਂ ਕਿ ਧਨ ਦੌਲਤ ਦੀ ਪ੍ਰਾਪਤੀ ਲਈ ਭੱਜ ਨੱਠ ਚੱਲ ਰਹੀ ਹੈ, ਨਹੀਂ। ਮਹਾਰਾਜ ਕਹਿੰਦੇ ਜਦੋਂ ਮਾਨ ਅਪਮਾਨ ਵਿੱਚ ਫਸੇ ਪਏ ਹੋ ਤੁਸੀਂ, ਦੁਨੀਆ ਮੇਰੇ ਬਾਰੇ ਕੀ ਗੱਲ ਕਰਦੀ ਹੈ, ਉਹ ਵੀ ਮਾਇਆਵੀ ਬਿਰਤੀ ਹੈ। ਦੂਜਿਆਂ ਨੂੰ ਇਹ ਪ੍ਰਾਪਤ ਹੋ ਗਿਆ, ਮੈਨੂੰ ਇਹ ਪ੍ਰਾਪਤ ਨਹੀਂ ਹੋਇਆ, ਇਹ ਈਰਖਾਲੂ ਬਿਰਤੀ ਵੀ ਮਾਇਆਵੀ ਬਿਰਤੀ ਹੈ। ਜਦੋਂ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਦੁਨੀਆ ਨੂੰ ਗਲਤਾਨ ਹੋਇਆ ਦੇਖਦੇ ਹੋ ਤੇ ਤੁਹਾਡੀ ਵੀ ਰੁਚੀ ਉਧਰ ਪਾਸੇ ਨੂੰ ਜਾਂਦੀ ਹੈ, ਇਹ ਮਾਇਆਵੀ ਬਿਰਤੀ ਹੈ। ਕਦੀ ਕਾਮ ਵਿੱਚ, ਕਦੀ ਕ੍ਰੋਧ ਵਿੱਚ, ਕਦੀ ਲੋਭ ਮੋਹ ਹੰਕਾਰ ਵਿੱਚ, ਈਰਖਾ ਦੇ ਵਿੱਚ ਜਦੋਂ ਇਸ ਸੰਸਾਰ ਦੇ ਵਿੱਚ ਵਿਚਰਦੇ ਹੋ, ਮਹਾਰਾਜ ਕਹਿੰਦੇ ਇਹ ਤ੍ਰਿਸ਼ਨਾਲੂ ਬਿਰਤੀ, ਇਹ ਮਾਇਆਵੀ ਬਿਰਤੀ ਹੈ। ਔਰ ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਸਾਰਾ ਸੰਸਾਰ ਸੜ ਰਿਹਾ। 4 ਤਰ੍ਹਾਂ ਦੀਆਂ ਅੱਗ ਦੀਆਂ ਨਦੀਆਂ ਦਾ ਮਹਾਰਾਜ ਨੇ ਬਾਣੀ ਵਿੱਚ ਜ਼ਿਕਰ ਕੀਤਾ। ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ। ਮਹਾਰਾਜ ਕਹਿੰਦੇ ਇਹ ਨਦੀਆਂ ਅੱਗ ਦੀਆਂ ਇੱਥੇ ਵਹਿੰਦੀਆਂ ਪਈਆਂ ਮੈਨੂੰ ਨਜ਼ਰ ਆਉਂਦੀਆਂ। ਹੰਸ, ਹੰਸ ਭਾਵ ਹਿੰਸਾ, ਨਿਰਦਇਤਾ, ਹਰ ਵੇਲੇ ਟੂੜੀਆਂ ਪਾ ਕੇ ਦੂਜਿਆਂ ਨੂੰ ਰੁੱਖਾ ਬੋਲਣ ਦੀ ਬਿਰਤੀ, ਦੂਜਿਆਂ ਨੂੰ ਅਪਮਾਨਿਤ ਕਰਨ ਦੀ ਬਿਰਤੀ, ਦੂਜਿਆਂ ਨੂੰ ਬੇਚੈਨ ਅਸ਼ਾਂਤ ਕਰਨ ਦੀ ਰੁੱਖੀ ਬੋਲ ਬਾਣੀ ਵਾਲੀ ਹੰਕਾਰ ਭਰੀ ਬਿਰਤੀ। ਮਹਾਰਾਜ ਕਹਿੰਦੇ ਇਹ ਨਿਰਦਇਤਾ ਵਾਲੀ ਬਿਰਤੀ ਤੁਹਾਡੇ ਅੰਦਰ ਬਣੀ ਪਈ ਹੈ। ਕਦੀ ਤੁਹਾਨੂੰ ਦਇਆ ਨਹੀਂ ਆਉਂਦੀ ਕਿਸੇ ਦੇ, ਵੀ ਮੇਰੇ ਰੁੱਖੇ ਬੋਲਾਂ ਨਾਲ ਕਿਸੇ ਦਾ ਮਨ ਦੁਖਦਾ ਪਿਆ, ਮੇਰੇ ਗਲਤ ਵਤੀਰੇ ਦੇ ਨਾਲ ਦੂਜਾ ਬੇਚੈਨ ਅਸ਼ਾਂਤ ਹੋ ਰਿਹਾ, ਕਦੀ ਨਹੀਂ ਆਉਂਦਾ। ਮਹਾਰਾਜ ਕਹਿੰਦੇ ਤੁਹਾਡੇ ਸੌਂਕੇ ਤੁਸੀਂ ਦੂਜਿਆਂ ਦੀ ਨਿੰਦਿਆ ਕਰਕੇ, ਦੂਜਿਆਂ ਨੂੰ ਅਪਮਾਨਿਤ ਕਰਕੇ ਰਸ ਲੈ ਰਹੇ ਹੋ, ਦੂਜਿਆਂ ਨੂੰ ਦੁਖੀ ਹੁੰਦਾ ਦੇਖ ਕੇ ਕਹਿੰਦਾ ਸਵਾਦ ਆ ਗਿਆ ਨਾ, ਦੇਖਿਆ ਨਾ ਹੁਣ। ਮਹਾਰਾਜ ਕਹਿੰਦੇ ਇਹ ਨਿਰਦਇਤਾ ਵਾਲੀ ਬਿਰਤੀ। ਹੰਸ, ਹੇਤ, ਹੇਤ ਭਾਵ ਹਿਤ, ਬੇਥਵਾ ਮੋਹ, ਬੇਸੰਜਮਾ ਮੋਹ, ਭਾਵੇਂ ਉਹ ਆਪਣੇ ਸਰੀਰ ਨਾਲ, ਭਾਵੇਂ ਆਪਣੀ ਧਨ ਦੌਲਤ ਨਾਲ, ਭਾਵੇਂ ਆਪਣੇ ਪਰਿਵਾਰ ਨਾਲ, ਭਾਵੇਂ ਇਸ ਦੁਨੀਆ ਦੇ ਕਿਸੇ ਵੀ ਪਦਾਰਥ ਨਾਲ, ਮਾਣ ਪਦਵੀ ਨਾਲ। ਮਹਾਰਾਜ ਕਹਿੰਦੇ ਇਹ ਬੇਥਵਾ ਲਗਾਓ ਜਿਹੜਾ ਹੈ ਨਾ, ਉਹ ਕਿਉਂ ਪ੍ਰਧਾਨ ਬਣ ਗਿਆ, ਮੈਂ ਕਿਉਂ ਨਹੀਂ ਬਣਿਆ, ਉਹਨੂੰ ਇਹ ਪਦਵੀ ਮਿਲ ਗਈ, ਮੈਨੂੰ ਕਿਉਂ ਨਹੀਂ ਮਿਲੀ, ਉਹਦੀ ਇਹ ਵਾਹਵਾ ਹੋਈ, ਮੈਨੂੰ ਕਿਉਂ ਨਹੀਂ ਮਿਲੀ। ਮਹਾਰਾਜ ਕਹਿੰਦੇ ਉਹਦੇ ਵਾਸਤੇ ਫਿਰ ਦਿਨੇ ਰਾਤ ਤੁਸੀਂ ਫੇਰ ਅਨਫੇਰ ਤਰੀਕੇ ਵਰਤੀ ਜਾਂਦੇ ਹੋ, ਕਿਸੇ ਦਾ ਕੁਝ ਨਹੀਂ ਜਾ ਰਿਹਾ। ਇਹ ਮੋਹ ਦੀ ਬੇਸੰਜਮੇ ਲਗਾਓ ਦੀ ਅੱਗ ਵਿੱਚ ਉਹ ਤੇ ਜਿੱਦਾਂ ਦੇ ਹੈਗੇ ਸੜਦੇ, ਤੁਸੀਂ ਸੜ ਰਹੇ ਹੋ। ਹੰਸ, ਹੇਤ, ਲੋਭ, ਲੋਭ ਲਾਲਚ ਵਿੱਚ ਭੱਜੇ, ਦਿਨੇ ਰਾਤ ਭੱਜੇ, ਕਦੀ ਟਿਕਾਓ ਨਹੀਂ। ਬੈਠ ਕੇ 2 ਘੜੀਆਂ ਆਪਣੇ ਆਪ ਨਾਲ ਗੱਲਾਂ ਕਰਨ ਦੀ, ਆਪਣੇ ਅੰਦਰ ਵਸਦੇ ਵਾਹਿਗੁਰੂ ਜੀ ਨਾਲ ਗੱਲਾਂ ਕਰਨ ਦੀ, ਗੁਰੂ ਦੇ ਸ਼ਬਦ ਨਾਲ ਆਪਣੇ ਆਪ ਨੂੰ ਪਰਚੋਲਣ ਦੀ ਅੰਦਰ ਉਹ ਸੁਭਾਗੀ ਘੜੀ ਨਹੀਂ ਆ ਰਹੀ। ਹੰਸ, ਹੇਤ, ਲੋਭ, ਕੋਪ, ਕ੍ਰੋਧ, ਹਰ ਵੇਲੇ ਕ੍ਰੋਧ ਦੇ ਵਿੱਚ। 4 ਨਦੀਆਂ ਅੱਗ, ਪਵੈ ਦੱਜੈ ਨਾਨਕਾ। ਇਸ ਸੰਸਾਰ ਵਿੱਚ ਮਹਾਰਾਜ ਕਹਿੰਦੇ ਸਾਰੇ ਇਹ ਨਦੀਆਂ ਅੱਗ ਦੀਆਂ ਨਦੀਆਂ ਵਿੱਚ ਪਏ ਹੋਏ ਨੇ ਤੇ ਦੱਜੈ ਸੜੀ ਜਾ ਰਹੇ ਨੇ। ਕਲਪਨਾ ਭਰਿਆ, ਦੁੱਖ ਭਰਿਆ, ਸੜਿਆ ਹੋਇਆ ਜੀਵਨ ਜਿਉ ਰਹੇ, ਨੀਰਸਤਾ ਵਾਲਾ। ਪਰ ਮਹਾਰਾਜ ਕਹਿੰਦੇ ਤੁਸੀਂ ਗੁਰੂ ਦਰ ਤੇ ਆਉਣ ਵਾਲਿਆਂ ਨੇ ਇਦਾਂ ਹੀ ਸੜੀ ਜਾਣਾ ਹੈ? ਨਹੀਂ। ਦਾਤਾ ਜੀ ਕਹਿੰਦੇ ਮੈਂ ਤੁਹਾਨੂੰ ਨਹੀਂ ਇਦਾਂ ਦੇਖਣਾ ਚਾਹੁੰਦਾ। ਨਿਕਲੋ ਦੁਨੀਆ ਦੀ ਭੀੜ ਵਿੱਚੋਂ ਬਾਹਰ। ਕਦੀ ਤਾਂ ਭਲਿਓ ਇਸ ਅਗਿਆਨਤਾ ਦੇ ਅੰਨੇਪਣ ਤੋਂ ਸੁਚੇਤ ਹੋ ਕੇ ਇੱਥੇ ਆ ਕੇ ਗਿਆਨ ਦੀ ਦ੍ਰਿਸ਼ਟੀ ਗੁਰੂ ਕੋਲੋਂ ਲੈਣ ਲਈ ਆਪਾਂ ਅੰਦਰ ਤੜਪ ਪੈਦਾ ਕਰੀਏ। ਸਾਹਿਬ ਕਹਿੰਦੇ ਕਰੋਗੇ ਇਦਾਂ ਇਹ ਨਦੀਆਂ ਦੀ ਤਪਸ਼ ਤੋਂ, ਅੱਗ ਦੀਆਂ ਨਦੀਆਂ ਦੀ ਤਪਸ਼ ਤੋਂ ਬਚ ਜਾਓਗੇ। ਮਹਾਰਾਜ ਕਹਿੰਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ। ਹੰਸ, ਹੇਤ, ਲੋਭ, ਕੋਪ, 4 ਨਦੀਆਂ ਅੱਗ, ਪਵੈ ਦੱਜੈ ਨਾਨਕਾ, ਤਰੀਐ ਚਰਣੀ ਲੱਗ। ਤਰ ਜਾਓਗੇ, ਚਰਣੀ ਲੱਗ ਜਾਓ। ਗੁਰੂ ਦੇ ਸ਼ਬਦ ਦੇ ਪੱਲੇ ਨਾਲ ਆਪਣੀ ਸਾਂਝ ਪਾ ਕੇ
ये शब्द जहाज बन के, बेड़ा बन के तुहानू अपनी गोद विच बिठा के तार देगा, लै जाएगा बेगमपुरे तक, लै जाएगा वाहिगुरू जी दे नाल लिवलीनता दी उस मनो अवस्था तक। महाराज कहते ये करन दी जाच सिखोगे। देखो तुसी, मैं हुणे बेनती की कि गुरुदेव कहते इन्ना क काम करना ते सिख लो, अपने मन की अवस्था नू ईमानदार होके। नहीं अज सिमरन की अवस्था बनी, अज नहीं बाणी पढ़न नू जी कीता, अज जपजी पढ़दियां ध्यान खिंड गया, रस नहीं आया, इत्थे गुरु दर ते भी चल के आ गए, समा भी कढ़िया, इत्थे आके नींद आ गई, इत्थे आके वासियां आउण लग गईयां, इत्थे आके कोई दूजा बैठिया, ਉਹਦੇ ਵੱਲ ਧਿਆਨ चला गया कि ਇਹਨੇ ਤੇ ਮੇਰੇ ਨਾਲ फलानी जगह ਤੇ ਇਦਾਂ ਕੀਤਾ ਸੀ, ਉਦਾਂ ਕੀਤਾ ਸੀ, ਤੇ फलाने ਧੜੇ ਦਾ ਆ ਗਿਆ ਨਾ ਮਨ ਵਿੱਚ। ਝੂਰਨ ਦੀ ਲੋੜ ਨਹੀਂ, ਪਛਤਾਵੇ ਦੀ ਲੋੜ ਨਹੀਂ ਕਿ ਇਦਾਂ ਕਿਉਂ ਹੋ ਗਿਆ ਨਾ। ਉਸ ਵੇਲੇ ਮਹਾਰਾਜ ਕਹਿੰਦੇ ਆਪਣੇ ਅੰਦਰ ਦੀ ਇਸ ਅਗਿਆਨਤਾ ਭਰੀ ਦ੍ਰਿਸ਼ਟੀ ਨੂੰ ਆਪਣੀ ਸਾਥ ਕਰੋ, ਇਹਦੇ ਦਰਸ਼ਕ ਬਣ ਕੇ ਦੇਖੋ ਤੇ ਪ੍ਰਵਾਨ ਕਰ ਲਓ कि इदां हो रहा मेरे नाल, पर नहीं होना चाहिए। पर पातशाह मेरे वस विच नहीं बन रही गल है, हुण मैं तुहाडे दर ते आया, मेरी कूक पुकार सुन लो, मैनूं कढ लो इहदे विचों। मैं इस झोरे संसे वाली अवस्था विच नहीं जीना चाहता, ये मैं बीमार हाँ, मेरे अंदर इस तरह की औगुणा भरी बिरती है। पर मालक तुसी मैनू कह रहे हो ना कि तेरे मार्ग ते मैं मार्ग ते मोती खिलारे ने, मानक मोती खिलारे, मैनू जाच सिखा दिओ पातशाह, मेरी कूक पुकार सुन लो। ते साहब जी कहते सुनी जाती है, जे दर मांगत कूक करे मैली खसम सुने। यकीन जानो महाराज कहते सुनी जाएगी, पर अंदरों ईमानदार होके करियो। दुनिया तुहाडी अरदास सुनदी कि नहीं सुनदी, इधर ध्यान देना छड़ दिओ। दुनिया ने तुहानू इत्थे रुपये टके चढ़ाउंदियां देखिया कि नहीं देखिया, इधर ध्यान देना बंद कर दिओ। दुनिया ने मैं इन्ना हार श्रृंगार करके आई हाँ, इन्ना कुछ मैं इत्थे, मेरे नाल 8-10 बंदे आ, मैं आगू होना, मैं वड्डा लीडर होना, ते मैनू देखिया कि नहीं लोग देखिया, मेरे नाम दे जकारे गजाए कि नहीं गजाए, भाई साहब ने मेरे नाम की अनाउंसमेंट की कि नहीं, छड़ दिओ। इत्थे भिखारी हो ते भिखारी बन के रहो, बस एक दाता ते एक भिखारी, विच कोई ना होवे, दुनिया ना विच आवे। एक अंदरूनी सांझ सुरतियां बिरतियां दी, शब्द ते सुरती दी, ऐ दाता है ते मैं भिखारी हां, बस हम भीखक भिखारी तेरे, तू निजपत है दाता हो दयाल। नाम देहो मंगत जन को सदा रहो रंग राता। महाराज कहते फिर देखियो ये जेड़े मार्ग मोती बीथरे ने ना, ये तुहाडी सुरती विच आ जाणगे। यही वचन सानू अज महाराज उपदेश रूप विच बख्शिश कर दे। जिने नाम विसारिया से होत देखे खे, पुत्र मित्र बिलास बनता टूटते इने। महाराज कहते इस तरह का है इस संसार का सच, ये सब कुछ बिनसनहार है। ये रिश्ते नाते भावें धियां पुत्रां दे ने, भावें पति दे ने, भावें पत्नी दे ने, ते भावें ये जिन्नियां धन पदार्थां दियां बिलास भाव रंग रलियां, ये जिहड़े रंग तमाशियां दे चाओ दे विच गलतान होके तुरदे फिरदे हो, इन्हां दे विच भजे फिरदे हो खचित होके। दाता जी कहंदे सुचेत होवो, मैं तुहानूं सुचेत करना चाहुंदा, ये मुक जाने ने, इन्हां ने साथ नहीं निभाउणा तुहाडे नाल। इन्हां दा पाया होया प्यार बेसंजमा लगाओ इन्हां नाल, ये भी मुक जाने ने, ते इन्हां दा ये लगाओ भी मुक जाना, ते मुक तुसीं भी जाना है, रहना तुसीं भी नहीं। ये शरीरक तौर ते जदों जाना जाना, पर इस जान तो पहला पहला आत्मक मौत आ जानी है तुहाडी। जदों तुहाडा रस गवाचिया होया है, जदों तुहाडा आनंद गवाचिया होया है, जदों तुहाडे जीवन दे विच स्वाए कल्पना तो चिंता फिक्र उदासी डर सहमत होर कुछ भी नहीं, ये मौत तो भयानक अवस्था तो तुसी पहला ही बना ली हुई है। मरण तो पहला तो मरे हुए तुसी पहला ही कही जाने हो जिहड़ी घड़ी लंघ जावे जी बस जिवें किवें झट लंघा रहे हैं। ये किस तरह का अजीब जिहा वातावरण। महाराज कहंदे ना, मैं एक बेनती करा, जदों भी बाणी दे विच सतगुरु जी
ਇਹ ਬਚਨ ਕਰਦੇ ਆ ਕਿ ਇੱਥੇ ਕੋਈ ਕਿਸੇ ਦਾ ਨਹੀਂ ਹੈ, ਭਾਵੇਂ ਮਾਂ ਹੈ, ਭਾਵੇਂ ਪਿਓ ਹੈ, ਭਾਵੇਂ ਧੀਆਂ ਪੁੱਤਰ ਨੇ, ਭਾਵੇਂ ਪਤੀ ਹੈ, ਪਤਨੀ ਹੈ, ਜਾਂ ਕੁਝ ਵੀ, ਇੱਥੇ ਕੋਈ ਕਿਸੇ ਦਾ ਨਹੀਂ ਹੈ। ਤੇ ਸਭ ਕੁਝ ਬਿਨਸਨਹਾਰ ਨੇ, ਇਹਨਾਂ ਨਾਲ ਬਣਾਈ ਹੋਈ ਸਾਂਝ ਜਿਹੜੀ ਹੈ ਇਹ ਵੀ ਬੇਥਵੀ ਹੈ। ਤਾਂ ਦੋ ਗੱਲਾਂ ਚੇਤੇ ਰੱਖਿਓ ਜਿਹੜੀਆਂ ਸਾਹਿਬ ਨੇ ਸਾਨੂੰ ਸਮਝਾਈਆਂ ਨੇ, ਮੇਰੀਆਂ ਨਹੀਂ, ਇਹ ਗੁਰੂਦੇਵ ਸਾਨੂੰ ਕਹਿੰਦੇ ਆ। ਇਹਨੂੰ ਗਲਤ ਅਰਥਾਂ ਵਿੱਚ ਨਾ ਲਿਆ ਕਰੋ ਕਿ ਇਹ ਸੰਸਾਰ ਤੇ ਮਿੱਥਿਆ ਹੈ ਜੀ, ਇਹ ਸਭ ਕੁਝ ਮਿੱਥਿਆ ਹੈ ਜੀ, ਛੱਡ ਛਡਾ ਦਿਓ ਫਿਰ, ਇਹ ਤਾਂ ਇਹਦੇ ਵਿੱਚ ਕੀ ਪਿਆ ਫਿਰ। ਮਹਾਰਾਜ ਇਦਾਂ ਨਹੀਂ ਕਹਿ ਰਹੇ। ਮਹਾਰਾਜ ਦੀ ਗੱਲ ਦਾ ਇਹ ਮਤਲਬ ਅਸੀਂ ਆਪਣੀ ਗਲਤ ਬੁੱਧੀ ਨਾਲ ਕੱਢ ਰਹੇ ਹਾਂ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਛੱਡਣ ਵਾਸਤੇ ਨਹੀਂ ਆਖ ਰਿਹਾ, ਇਹਨਾਂ ਨਾਲ ਰਿਸ਼ਤੇ ਨਿਭਾਓ, ਇਹਨਾਂ ਨੂੰ ਪ੍ਰਾਪਤ ਕਰੋ, ਇਹਨਾਂ ਦਾ ਰਸ ਮਾਣੋ। ਜੀਵਨ ਦੇ ਵਿੱਚ ਤੁਹਾਡੀਆਂ ਜਿਹੜੀਆਂ ਲੋੜਾਂ ਨੇ ਉਹ ਇਹਨਾਂ ਦੇ ਰਾਹੀਂ ਪੂਰੀਆਂ ਹੋਣੀਆਂ ਨੇ। ਇਸ ਕਰਕੇ ਕੁਝ ਵੀ ਬੁਰਾ ਨਹੀਂ ਹੈ। ਬੁਰੀ ਤੇ ਤੁਹਾਡੀ ਆਪਣੀ ਬੇਸੰਜਮੀ ਬਿਰਤੀ ਹੈ, ਸੋਚ ਤੁਹਾਡੀ ਬੇਸੰਜਮੀ ਹੈ, ਉਹ ਗੜਬੜ ਕਰ ਰਹੀ ਹੈ। ਸਾਹਿਬ ਜੀ ਕਹਿੰਦੇ ਨਾ ਤੇ ਮੈਂ ਤੁਹਾਨੂੰ ਇਸ ਸੰਸਾਰ ਦੀ ਅਸਾਰਤਾ ਦੀ ਗੱਲ ਕਰਕੇ, ਮੌਤ ਦੀ ਗੱਲ ਕਰਕੇ, ਬਿਨਸਨਹਾਰਤਾ ਦੀ ਗੱਲ ਕਰਕੇ ਤੁਹਾਨੂੰ ਮੈਂ ਭੈ ਭੀਤ ਨਹੀਂ ਕਰਨਾ ਚਾਹੁੰਦਾ, ਡਰਾਉਣਾ ਨਹੀਂ ਚਾਹੁੰਦਾ। ਓਏ ਭਲਿਓ, ਡਰੇ ਤੇ ਅਸੀਂ ਪਹਿਲਾਂ ਹੀ ਹੋਏ ਹਾਂ, ਭੈ ਭੀਤ ਤੇ ਅਸੀਂ ਪਹਿਲਾਂ ਹੀ ਹਾਂ। ਡਰਿਆ ਹੋਇਆਂ ਨੂੰ ਹੋਰ ਕੀ ਕਿਸੇ ਨੇ ਡਰਾਉਣਾ? ਮਹਾਰਾਜ ਤਾਂ ਸਾਨੂੰ ਡਰਿਆ ਹੋਇਆਂ ਨੂੰ, ਭੈ ਭੀਤ ਹੋਇਆਂ ਨੂੰ ਭੈ ਦੇ ਵਿੱਚੋਂ ਕੱਢਣਾ ਚਾਹੁੰਦੇ ਐ, ਨਿਰਭਉ ਬਣਾਉਣਾ ਚਾਹੁੰਦੇ ਐ, ਭੈ ਰਹਿਤ ਕਰਨਾ ਚਾਹੁੰਦੇ ਐ। ਚਿੰਤਤ ਹੋਇਆਂ ਨੂੰ ਚਿੰਤਤ ਨਹੀਂ ਕਰਨਾ ਚਾਹੁੰਦੇ, ਚੇਤੇ ਵਿੱਚ ਲਿਆ ਕੇ ਅਚਿੰਤ ਕਰਨਾ ਚਾਹੁੰਦੇ ਐ, ਤਾਂ ਕਿ ਜੀਵਨ ਵਿੱਚ ਗੁਆਚਿਆ ਹੋਇਆ ਆਨੰਦ ਰਸ ਆ ਜਾਵੇ। ਮਹਾਰਾਜ ਜਦੋਂ ਇਹ ਗੱਲ ਕਰਦੇ ਆ ਸਾਡੇ ਨਾਲ ਤਾਂ ਸਿਰਫ ਸਾਨੂੰ ਸੁਚੇਤ ਕਰਦੇ ਆ, ਝੰਜੋੜਦੇ ਆ ਕਿ ਇਹਨਾਂ ਨਾਲ ਬਣਾਇਆ ਹੋਇਆ ਬੇਸੰਜਮਾ ਅਗਿਆਨਤਾ ਭਰਿਆ ਰਿਸ਼ਤਾ ਜਿਹੜਾ ਨਾ ਉਹਨੂੰ ਤਬਦੀਲ ਕਰੋ ਗਿਆਨਮਈ ਰਿਸ਼ਤੇ ਦੇ ਵਿੱਚ। ਮੈਂ ਤੁਹਾਨੂੰ ਧਨ ਪਦਾਰਥ ਕਮਾਉਣ ਤੋਂ ਨਹੀਂ ਰੋਕਦਾ, ਬਲਕਿ ਇਹ ਤੇ ਕਮਾਉਣੇ ਤੁਹਾਡੇ ਜੀਵਨ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ। ਧੀਆਂ ਪੁੱਤਰਾਂ ਨਾਲ, ਦੁਨੀਆ ਦੇ ਲੋਕਾਂ ਨਾਲ ਰਿਸ਼ਤੇ ਬਣਾਉਣੇ ਇਹ ਇਸ ਸੰਸਾਰ ਦੇ ਵਿੱਚ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਤੁਹਾਡੇ ਲਈ ਆਨੰਦ ਪ੍ਰਾਪਤੀ ਦੇ ਵਿੱਚ ਇੱਕ ਵਰਤਾਰਾ ਹੈ। ਬਣਾਓ ਰਿਸ਼ਤੇ, ਪਰ ਇਹਨਾਂ ਰਿਸ਼ਤਿਆਂ ਨੂੰ ਬਣਾਉਂਦਿਆਂ ਅਗਿਆਨਤਾ ਦੀ ਬੇਸੰਜਮੀ ਮਾਇਆਵੀ ਮੋਹ ਭਰੀ ਬਿਰਤੀ, ਬੇਥਵੇ ਲਗਾਓ ਵਾਲੀ ਬਿਰਤੀ ਤੋਂ ਸੁਚੇਤ ਹੋਵੋ। ਇਹਨੂੰ ਸਤਸੰਗੀ ਰਿਸ਼ਤਿਆਂ ਵਿੱਚ ਬਦਲੋ। ਮਾਇਆ ਕਮਾਉਣੀ ਹੈ, ਇੱਥੇ ਆ ਕੇ ਬੇਨਤੀਆਂ ਕਰਨੀਆਂ ਸਿੱਖੋ ਸਤਿਗੁਰੂ ਕੋਲੋਂ। ਐਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਕਰ ਲੀਜੈ ਰੇ ਮਨ। ਇਹ ਗੁਰੂ ਨੇ ਸਿਖਾਇਆ ਸਾਨੂੰ। ਕਿਰਤ ਕਰੋ ਪਰ ਸੁਕ੍ਰਿਤ ਕਰੋ। ਦੂਜਿਆਂ ਦੇ ਧਨ ਪਦਾਰਥਾਂ ਨੂੰ, ਦੂਜਿਆਂ ਦੇ ਸੁਖ ਸਾਧਨਾਂ ਨੂੰ ਦੇਖ ਕੇ ਕਲਪਿਆ ਨਾ ਕਰੋ, ਐਵੇਂ ਈਰਖਾ ਨਾ ਕਰਿਆ ਕਰੋ। ਤੁਹਾਨੂੰ ਦੇਣ ਵਾਸਤੇ ਸੱਚੇ ਪਾਤਸ਼ਾਹ ਕੋਲ ਬਹੁਤ ਕੁਝ ਹੈ। ਉਹ ਸੱਚੇ ਪਾਤਸ਼ਾਹ ਤੁਹਾਨੂੰ ਉਡੀਕ ਰਹੇ ਨੇ ਕਿ ਤੁਹਾਡੀ ਝੋਲੀ ਵਿੱਚ ਮੈਂ ਪਾਵਾਂ। ਝੋਲੀ ਅੱਡਣ ਲਈ ਤਿਆਰ ਕਰੋ ਆਪਣੇ ਆਪ ਨੂੰ, ਇੱਕ ਸੁੱਚਾ ਜਿਹਾ ਚਾਉ ਲੈ ਕੇ ਆਇਆ ਕਰੋ ਇੱਥੇ, ਤੇ ਬਸ ਦੁਨੀਆ ਨੂੰ ਕੱਢ ਕੇ ਬਾਹਰ ਆਪਣੀ ਸੁਰਤੀ ਇੱਥੇ ਸ਼ਬਦ ਨਾਲ ਜੋੜ ਕੇ ਗੁਰੂ ਨਾਲ ਗੱਲਾਂ ਕਰੋ। ਗੁਰੂ ਦੇ ਸ਼ਬਦ ਰਾਹੀਂ ਆਪਣੇ ਆਪ ਨਾਲ ਗੱਲਾਂ ਕਰੋ। ਪਾਤਸ਼ਾਹ ਏਡੀ ਕਿਰਪਾ ਕੀਤੀ, ਮੈਨੂੰ ਲੈ ਆਂਦਾ ਇੱਥੇ, ਦੁਨੀਆ ਦੀ ਭੀੜ ਵਿੱਚੋਂ ਕੱਢ ਕੇ। ਦੁਨੀਆ ਤੇ ਕੀ ਕਰ ਰਹੀ ਹੈ? ਟਾਈਮ ਨਹੀਂ ਹੈਗਾ ਜੀ, ਜ਼ਿੰਮੇਵਾਰੀਆਂ ਬੜੀਆਂ ਨੇ ਜੀ, ਕੰਮਕਾਜ ਬੜੇ ਨੇ ਜੀ, ਕੀ ਕਰੀਏ ਜੀ, ਸਮਾਂ ਨਹੀਂ ਮਿਲਦਾ। ਤੁਹਾਨੂੰ ਮਹਾਰਾਜ ਨੇ ਸਮਾਂ ਬਖਸ਼ਤਾ ਨਾ ਇੱਥੇ ਆਉਣ ਦਾ। ਜ਼ਿੰਮੇਵਾਰੀਆਂ ਤੇ ਤੁਹਾਡੀਆਂ ਵੀ ਸੀ, ਤੁਸੀਂ ਵੀ ਗ੍ਰਸਤੀ ਸੀ, ਆਪਾਂ ਬੈਠ ਗਏ ਇੱਥੇ। ਇਹਦਾ ਸ਼ੁਕਰ ਕਰੋ ਕਿ ਤੁਹਾਨੂੰ ਸੱਚੇ ਪਾਤਸ਼ਾਹ ਹਜ਼ੂਰ ਨੇ ਉਹਨਾਂ ਵਡਭਾਗੀਆਂ ਵਿੱਚ ਸ਼ਾਮਲ ਕੀਤਾ। ਬਿਨ ਭਾਗਾਂ ਸਤ ਸੰਗ ਨਾ ਲੱਭੈ। ਭਾਗਹੀਣੇ ਨਹੀਂ ਰਹੇ ਤੁਸੀਂ, ਸੁਭਾਗੇ ਹੋ ਗਏ। ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਇਹ ਵੇਲਾ ਧਨ ਹੋ ਗਿਆ ਤੁਹਾਡੇ ਜੀਵਨ ਦਾ। ਤੁਹਾਨੂੰ ਇਸ ਧਨਤਾ ਨੂੰ ਸਸਟੇਨੇਬਲ ਕਰਨਾ, ਇਹਨੂੰ ਨਿਰੰਤਰਤਾ ਵਿੱਚ ਲੈ ਕੇ ਆਉਣਾ। ਇਹ ਸਤਸੰਗ ਕੇਵਲ ਕੁਝ ਘੜੀਆਂ ਦਾ ਹੀ ਨਾ ਹੋਵੇ। ਇਹ ਸਤਸੰਗ ਜਿਹੜਾ ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਪਿਆਰਿਆਂ ਨਾਲ ਮਿਲ ਬੈਠ ਕੇ ਰਚਾਇਆ, ਇਹ ਸਤਸੰਗ ਗੁਰੂ ਦੇ ਸ਼ਬਦ ਦੇ ਪਹਿਰਾ ਸੁਰਤੀ ਤੇ ਬਣਿਆ ਰਵੇ, ਮਨ ਤੇ ਬਣਿਆ ਰਵੇ। ਇਹ ਦੁਨੀਆ ਦੇ ਕਾਰਜ ਕਰਦੇ ਆ, ਦੁਨੀਆ ਦੀ ਕਿਰਤ ਕਰਦੇ ਆ, ਇਹ ਬਣਿਆ ਰਵੇ ਪਹਿਰਾ ਇਹਦਾ, ਤਾਂ ਕਿ ਤੁਹਾਡੀ ਕਿਰਤ ਜਿਹੜੀ ਹੈ ਉਹ ਕੁਕ੍ਰਿਤ ਨਾ ਹੋ ਜਾਏ, ਉਹ ਸੁਕ੍ਰਿਤ ਬਣ ਕੇ ਰਹੇ। ਤੇ ਫਿਰ ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਜਿਹੜਾ ਗੁਰਮਤਿ ਜੀਵਨ ਜੁਗਤ ਦਾ
मार्ग है, वाहिगुरु जी की कृपा का पात्र बनने का मार्ग है। ये तुहानू तुरन दे लई बुद्धि भी मिल जाए, चाव भी मिल जाए। देखो ना भाई सज्जन जी ने इन्ना की कीता गुरु प्यारिओ, मार्ग ते वो भी चल रहे सी, लेकिन उन्होंने मानक मोती बीथरे की नहीं सी समझ आ रही। पर गुरु नानक पातशाह दे नाल सत्संग करन दा, दर्शन करन दा, गुरु दे मुखार बिंद तो उचारण कीते हुए वाहिगुरु जी दे सिफत सराह दे शब्द नूं सुनन दा सुभागा अवसर प्राप्त होया। कुछ समा प्राप्त होया, वो कतलगाह विच बैठा बैठा अंधा निकस जाए वाली अवस्था विच ही सीगा। पर जदों गुरु दे दर्शन कीते, अंदर ते बिरती चल रही सी। मन क्या कहता, हाँ क्या कहता, मन ते कह रहा सी ये मुसाफिर बड़ा अमीर लग रहा है, एड़ी घड़ी होवे सोवे ते मैं इहनूं लुटां। एज यूजुअल जिद्दां दी ओहदी बिरती चल रही सी, अब शुरू तो रोज ही लुटण वाली बिरती सी। पर उतों उतों की कह रहा, महाराज जी हुण प्रशादा छक लो, हुण तुहाडा मंजा तैयार है, आराम करो, विश्राम करो। उतों उतों यह कह रहा है, मन जिहड़ा है वह की कह रहा है, पर खेड़ की वरती है उत्थे। जदों धन गुरु नानक साहब महाराज का शब्द गायन होया तां अंदर खेड़ वापर गई। जान प्रवीण ठाकुर प्रभु मेरे तिस आगे क्या कहता, हुण अंदर गल चल पई, सुचेतता आ गई, वो अज्ञानता दा हनेरापन दूर होया। सज्जना आ की करी जाना तू, ऐ जो कुछ आखिया जा रहा है हुण सुरती दे कन्नां नाल सुनन दी जाच आ गई। हुण ओनू अमीर मुसाफिर नहीं लग रहा, हुण अपना लोक परलोक सवारन वाला गुरु नजर आ गया। वो सुरती दियां अखां नाल देखिया ते बस खेड़ वापर गई, पैरीं पै गया। एक शब्द दा सुनना सुरती दे नाल अखां दी, ए शरीरक अखां दी दृष्टि तो अगे चल के सुरती दी दृष्टि नाल गुरु दा दर्शन, भाई सज्जन दे अंदरों ठग बिरतियां मर गईयां ते भाई सज्जन जी दे अंदर जोत दा प्रकाश होया। वो कातल परोपकारी बिरती वाला बन गया, त्यागी बन गया, जिहड़ा हां हां दे विच मैं दे विच भजिया फिरदा सी। दाता जी कहंदे करके देखिया करो भलिओ, तुहाडे जीवन विच भी ये सुभागा समा आ सकदा है। महाराज कहंदे प्रभ पुत्र मित्र बिलास बनता टूटते ए ने, ये मैं देखिया टुट जाता है सारा ये बनया होया बेथवा बेसंजमा लगाओ, जेड़ा भावें वो पुत्रां नाल मित्रां नाल, भावें दुनिया के पदार्थों दी रंग रलियां नाल। महाराज कहंदे मैं फिर कहना तुहानूं, ये गृहस्थ का फासा उन्ना चिर ही है जिन्ना चिर तक अज्ञानता दी बिरती नाल इत्थे सांझ पाओगे। पर जदों गुरु की जुगत नाल सांझ पाओगे तो महाराज कहंदे सतगुर की ऐसी वडियाई पुत्र कलत्तर विचे गत पाई। इन्हां विच रहिंदिआं ही तुसीं इन्हां बेथवियां तुहानूं नीरसता वाल दुख वाल चिंता वाल ले जाण वालियां बिरतियां तो मुक्त हो जाओगे। बिरख छाया जैसे बिनसत पवन झूलत में, याद रखियो महाराज कहंदे जिथे तुसीं दिने रात दौड़ भज कर रहे हो ना, ये इस तरह की है खेड़। बिरख छाया जैसे बिनसत, जिवें बिरख की छां जिहड़ी है सूरज के चाल दे नाल नाल ओ बदलती रहती है ते अखीर ते सूरज के छिपण नाल वो छां भी मुक जाती है। इदां ही इस संसार का ये पसारा है, जिवें वो बिनसदी है छां दरखत की, इदां ही सब कुछ बिनसनहार। पवन झूलत में, जिवें हवा आउंदी है, बदल में भाव बदल उड़ा के लै जाती है, दिखदे थोड़े चिर बाद उड़ा के लै गई हवा, इसे तरह ये सब कुछ उड़ जाता है। हर भगत दृढ़ मिल साध नानक तेरा काम आवत ए। पातशाह कहंदे बस मैं इको गल कहना, आया करो इत्थे, मिल बैठिया करो गुरु दे सतसंगियां नाल, ते गुरु दे नाल सुरतियां दा रिश्ता बना के गुरु नाल सुरती करके हिरदे करके मिलदियां होयां हरि भगत नूं अपने अंदर नाम सिमरन नूं दृढ़ करो। सिर्फ सुनो ही ना, केवल कहो ना, इनू दृढ़ करो, इहदी कमाई करो अपने जीवन दे विच। तेरा काम आवत ए, महाराज कहंदे इहो ही तुहाडे काम आउणी है, इहो ही तुहाडे आनंद दे लई तुहाडी सहायक बननी है। कर लोगे ते गुरुदेव जी कहंदे मैं तुहानूं कह रहा, सत 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 नानक कहा
ਹਿਰਦੈ ਦੇਖ ਵਿਚਾਰ। ਮੈਂ ਸੱਤ ਕਰਕੇ ਗੁਰੂਦੇਵ ਕਹਿ ਰਹੇ ਹਾਂ, ਅੰਦਰ ਹਿਰਦੇ ਦੇ ਵਿੱਚ ਇਹ ਕਰਕੇ ਦੇਖੋ, ਇਹਨੂੰ ਸੰਭਾਲ ਕੇ ਦੇਖੋ। ਗੁਰੂ ਦੀ ਦੱਸੀ ਹੋਈ ਗੁਰਮਤਿ ਜੀਵਨ ਜੁਗਤ ਨੂੰ, ਸ਼ਬਦ ਦੇ ਰਾਹੀਂ ਨਾਮ ਸਿਮਰਨ ਨੂੰ ਤੁਹਾਡੇ ਜੀਵਨ ਵਿੱਚ ਇਹ ਬਖਸ਼ਿਸ਼ ਭਰੇ ਪਲ ਆਉਣਗੇ। ਗੁਰੂਦੇਵ ਕਿਰਪਾ ਕਰਨ ਐਸਾ ਸਾਡੇ ਜੀਵਨ ਵਿੱਚ ਸੰਭਵ ਹੋਵੇ। ਮਹਾਰਾਜ ਦੀਆਂ ਬਖਸ਼ਿਸ਼ਾਂ ਸਾਰੇ ਗੁਰੂ ਕੇ ਕਹਾਉਣ ਵਾਲਿਆਂ ਦੀ ਜੀਵਨ ਵਿੱਚ ਆਉਣ, ਪਰਿਵਾਰਾਂ ਵਿੱਚ ਗੁਰਮਤਿ ਪਿਆਰ ਦਾ ਵਾਸਾ ਹੋਵੇ ਤੇ ਇਸ ਗੁਰੂ ਪਿਆਰ ਦੀ ਜੁਗਤ ਵਿੱਚ ਜਿਉਂਦਿਆਂ ਸਾਰਿਆਂ ਦੇ ਘਰਾਂ ਵਿੱਚ ਮਾਲਕ ਦੀਆਂ ਮਿਹਰਾਂ ਦਾ ਮੀਂਹ ਵਰੇ। ਇਹ ਬੇਨਤੀਆਂ ਜੋਦੜੀਆਂ ਸਤਿਗੁਰੂ ਦੇ ਚਰਨਾਂ 'ਚ ਆਪ ਜੀ ਦੀ ਆਨੰਦਮਈ ਜ਼ਿੰਦਗੀ ਲਈ ਕਰਦਾ ਹੋਇਆ ਆਪ ਜੀ ਦੇ ਅੱਗੇ ਝੋਲੀ ਅੱਡਦਾ ਅਸੀਂ